25 ਸਾਲ ਹੋ ਗਏ ਨਾਲੇ ਢਿੱਲੋਂ ਸਾਹਿਬ ਦਾ ਵੀ ਕੋਈ ਜਵਾਬ ਹੁੰਦਾ ਸੀ ਤਾਂ ਤੁਹਾਡਾ ਮਸਲਾ ਹੱਲ ਹੋ ਜਾਣਾ। ਸਾਨੂੰ ਤਾਂ 5-7 ਸਾਲ ਹੋ ਗਏ ਦੇਖਦਿਆਂ ਨੂੰ, ਮਸਲਾ ਦਾ ਕੋਈ ਹੱਲ ਨਹੀਂ ਹੋਇਆ। ਜਵਾਬ ਦੇ ਤਾਂ ਪਰਮਾਨੈਂਟ ਤਾਂ ਕਰਨਾ ਹੀ ਕੀ ਹੈ, ਟੈਂਪਰੇਰੀ ਵੀ ਨਹੀਂ ਹੁੰਦਾ ਤੁਹਾਤੋਂ ਤਾਂ। ਮੈਂ ਸੁਣੋ ਮੇਰੀ ਗੱਲ 2 ਮਿੰਟ ਤੁਸੀਂ ਜ਼ਿਆਦਾ ਕੋਈ ਸਫਾਈ ਵਾਸਤੇ ਇਸਨੇ ਨਹੀਂ ਕਿਹਾ ਵੀ ਜੁਲਾਈ ਤੋਂ ਕੋਈ ਸਫਾਈ ਨਾ ਅਸੀਂ ਟੋਪੀ ਦੀ ਸਫਾਈ ਸ਼ੁਰੂ ਕੀਤੀ ਹੈ ਜੁਲਾਈ ਚ। ਟੋਪੀ ਦਾ ਸਿਰਫ ਪਾਣੀ ਦਾ ਬਹਾਅ ਸੀ ਜਿਹੜਾ ਉਹ ਕੱਢਿਆ ਬਾਹਰ ਨੂੰ ਤਾਂ ਕਿ ਟੋਪੀ ਚ ਜਗ੍ਹਾ ਬਣ ਜੇ ਕੋਈ ਜਿੰਨੀ ਵਕਤ ਬਣ ਸਕੇ। ਉਹਦੇ ਬਰਸਾਤਾਂ ਹੁੰਦੀਆਂ ਸੀ ਇਸ ਕਰਕੇ ਪਾਣੀ ਜਿਹੜਾ ਉਹ ਤੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ। 7 ਕਿੱਲੇ ਜਿਹੜੇ ਚਾਵਲ ਉੱਤੇ ਪਏ ਨੇ ਉੱਥੇ ਪਾਣੀ ਪਾਇਆ ਹੈ। ਜਿਹੜਾ ਮਾੜਾ ਮੋਟਾ ਸ਼ਹਿਰ ਨੂੰ ਸਾਹ ਆਇਆ ਤਾਂ ਆਇਆ ਕਿਉਂਕਿ ਉੱਥੇ ਪਾਣੀ ਘਟ ਗਿਆ ਸੀ ਟੋਪੇ। ਹੁਣ ਬਰਸਾਤਾਂ ਆ ਗਈਆਂ ਟੋਪੇ 'ਚ ਪਾਣੀ ਭਰ ਗਿਆ ਦੁਬਾਰਾ। ਇਹਦਾ ਬਹਾਨਾ ਹਰੇਕ ਸਾਲ ਆਉਂਦਾ ਜੀ। ਬਰਸਾਤਾਂ ਵੇਲੇ ਆਪਾਂ ਇਹ ਗੱਲ ਕਹਿ ਦਿੰਦੇ ਆ, ਉਦੋਂ ਪਹਿਲਾਂ ਕਿਉਂ ਨਹੀਂ ਆਪਾਂ ਦੇਖਦੇ ਜੀ ਵੀ ਆਪਾਂ ਨੇ ਸ਼ਹਿਰ ਦਾ ਪਾਣੀ ਕੱਢਣਾ ਜੀ। ਉਦੋਂ ਪਹਿਲਾਂ ਦੇਖਿਆ ਹਾਂਜੀ, ਉਦੋਂ ਪਹਿਲਾਂ ਟੈਂਡਰ ਲੱਗਦਾ ਸੀ ਟੋਪੇ ਦੀ ਸਫਾਈ ਦਾ। ਪਹਿਲਾਂ ਉਦੋਂ ਇਲੈਕਸ਼ਨ ਚੱਲਦੇ ਸੀ ਉਸ ਤਰ੍ਹਾਂ ਪਹਿਲਾਂ ਟੈਂਡਰ ਲਿਆ ਨਹੀਂ। ਦੇਖੋ ਪਤਾ ਕੀ ਗੱਲ ਹੈ ਨਹੀਂ, ਦੇਖੋ ਜੀ ਗੱਲ ਇਹ ਹੈ, ਕੋਈ ਪੱਟੇ ਸ਼ਹਿਰ ਵਾਸੀ ਉਹਦੇ ਕੋਲ ਸਾਨੂੰ ਚੁਣਿਆ, ਅਸੀਂ ਜਵਾਬ ਦੇ ਬਿਲਕੁਲ। ਸਾਨੂੰ ਮੁਲਾਕਾਤ ਦੇ ਫਰੀ ਨੇ, ਜਿੱਦਾਂ ਸਰਕਾਰ ਦੇ ਫਰੀ ਨੇ। ਜੇ ਬਿਲਕੁਲ। ਉਹਦੇ ਪਾਣੀ ਤਾਂ ਸ਼ਾਇਦ ਬਦਲੇ ਬਦਲੇ ਨਾਲੇ ਪਤਾ ਕੀ ਹੈ ਜੀ, ਹਾਂਜੀ, ਹਾਂਜੀ। ਸਾਨੂੰ ਜਿਹੜੀ ਇਹ ਗੱਲ ਅੱਜ ਸੁਣ ਰਹੇ ਹੈ ਇਹ 5-7 ਸਾਲਾਂ ਤੋਂ ਸੁਣਦੇ ਪਏ ਹਾਂ। ਜਿਹੜੀ ਵਾਰ ਕਰਨੀ ਚਾਹੁੰਦੇ ਟੋਪੀ ਸਫਾਈ ਵਾਲੀ ਗੱਲ ਸ਼ੁਰੂ ਤੋਂ ਹੀ ਲੈ ਕੇ ਟੈਂਡਰ ਹੋਣ ਵਾਸਤੇ ਟੈਂਡਰ ਲੇਟ ਹੋਇਆ। ਪਹਿਲੀ ਵਾਰ ਪਾਉਣ ਨੂੰ ਗਿਆ ਨਹੀਂ ਪਿਆਗਾ, ਜਦੋਂ ਪਿਆ ਤਾਂ ਟੈਂਡਰ ਲਾਸਟ ਤੇ ਟਾਈਮ 5 ਮਿੰਟ ਪਹਿਲਾਂ ਬਤਾ ਕੇ ਪਾ ਜਾਂਦਾ। ਚਲੋ ਕੋਈ ਨਹੀਂ, ਮੈਂ ਦੱਸਿਆ ਪਿਛਲੀ ਮੀਟਿੰਗ ਵਿੱਚ ਕਿਹਾ ਮੈਂ ਥੋਤੋਂ ਟੋਪੀ ਦੀ ਸਫਾਈ ਤੁਸੀਂ ਕਰਾਉਣੀ ਨਹੀਂ ਚਾਹੁੰਦੇ, ਨਹੀਂ ਹੋਣੀ। ਮੈਂ ਅੱਜ ਵੀ ਇਹੀ ਗੱਲ ਕਰਦਾ ਵੀ ਜਾਣ ਬੁੱਝ ਕੇ ਟੋਪੀ ਦੀ ਸਫਾਈ ਨਹੀਂ ਹੋ ਰਹੀ। ਟੋਪੀ ਤੋਂ ਸਾਫ਼ ਕਰਨ ਦੱਸੋ। ਦੇਖੋ ਪੇਮੈਂਟ ਅੱਗੇ ਪਿੱਛੇ ਹੁੰਦੀਆਂ ਨਹੀਂ ਹੈਗੀਆਂ। ਜੇ ਆਪਾਂ ਪਿੰਡਾਂ ਦੀ ਗੱਲ ਕਰੀਏ, ਸਾਡੇ ਪਿੰਡਾਂ 'ਚ ਜਿੰਮ ਗਏ, ਜਿੰਮ ਬਾਅਦ 'ਚ ਗਏ ਨੇ ਪਹਿਲਾਂ ਪੇਮੈਂਟਾਂ ਲੈ ਲਈਆਂ ਨੇ 5-5 4.5 ਲੱਖ ਜਿੰਮ ਜਾਂਦੇ ਰਹੇ। ਟੋਪੀ ਦੀ ਸਫਾਈ ਹੋਈ ਜਾਂਦੀ, ਪੇਮੈਂਟ ਚਲੀ ਜਾਂਦੀ। ਸਾਡਾ ਇੰਨੇ ਦਾ ਆਪਸ 'ਚ ਚੱਲਦਾ ਹੁੰਦਾ ਰਹਿੰਦਾ ਨਾ, ਪਰ ਉਹ ਟੋਪੀ ਦੀ ਸਫਾਈ ਹੋਈ ਕਿਉਂ ਨਹੀਂ? ਕਾਰਨ ਕੀ ਨਹੀਂ, ਆਲੇ ਦੁਆਲੇ ਦੇ ਪਿੰਡਾਂ ਦੀ ਐਗਜ਼ਾਮਪਲ ਇਹ ਹੁਣ ਦਾ ਮਸਲਾ ਦੇਖੋ। ਸ਼ਹਿਰ ਤੁਸੀਂ ਵੀ ਖੜੇ ਹੋ, ਹਾਂਜੀ। ਅੱਜ ਤੁਸੀਂ ਸਵਾਲ ਕਰਦੇ ਹੋ ਜਿਸ ਦਿਨ ਟੋਪੇ ਦੀ ਸਫਾਈ ਮੈਂ ਸ਼ੁਰੂ ਕੀਤੀ ਸੀਗੀ, ਜਦੋਂ ਮੈਂ ਆਪਣੇ ਟਰਮ ਦੇ ਸ਼ੁਰੂ ਕੀਤੀ, ਕਿਸੇ ਨੇ ਉਸ ਵੇਲੇ ਤੁਹਾਡਾ ਵੀ ਸਾਥ ਦੇਣਾ ਬਣਦਾ ਸੀ। ਟੋਪੇ ਦੀ ਸਫਾਈ ਸਾਰਾ ਸ਼ਹਿਰ ਦੇ ਸਾਥ ਹੋਣਗੇ। 1 ਮਿੰਟ ਮੇਰੀ ਬੇਨਤੀ ਸੁਣ ਲਓ। ਹਾਂਜੀ ਹਾਂ, ਪਹਿਲਾਂ ਮੇਰੀ ਗੱਲ ਪੂਰੀ ਕਰ ਲਓ। ਉਸ ਵੇਲੇ ਵੀ ਲਿਆ ਕੇ ਬੰਦਿਆਂ ਨੇ ਜੀਸੀਬੀ ਦੇ ਅੱਗੇ ਗੱਡੀਆਂ ਲਾਤੀਆਂ ਵੀ ਟੋਪੇ ਦੀ ਸਫਾਈ ਨਹੀਂ ਹੋਣ ਦੇਣੀ। ਨਹੀਂ ਉਹ ਅਸੀਂ ਥੋੜਾ ਨਹੀਂ ਅਸੀਂ ਉਹਨਾਂ ਨੂੰ ਪੁੱਛਣਾ ਕਿੰਨੇ ਸਹਿਯੋਗ ਮੰਗਦੇ, ਅਸੀਂ ਕਰਦੇ ਕੰਮ। ਤੁਸੀਂ ਮੇਰੀ ਗੱਲ ਤੁਸੀਂ ਗੱਲ ਕਰਦੇ ਸੀ, ਮੈਂ ਤੁਹਾਨੂੰ ਇਸ ਵਾਲੀ ਗੱਲ 'ਚ ਡੱਕਣ ਨਹੀਂ ਦਿੱਤਾ। ਤੁਸੀਂ ਹੁਣ ਮੇਰੀ ਤਾਂ ਬੇਨਤੀ ਸੁਣੋ। ਮੇਰਾ ਕਹਿਣ ਤੋਂ ਭਾਵ ਹੈ ਸ਼ਹਿਰ ਵਾਸੀਆਂ ਨੂੰ ਉਦੋਂ ਵੀ ਸਾਥ ਦੇਣਾ ਚਾਹੀਦਾ ਜੇ ਕੋਈ ਕੰਮ ਕਰਦਾ ਵੀ ਇਹ ਬੰਦਾ ਕੰਮ ਕਰਦਾ। ਜੇ ਇਹਨੂੰ ਕੋਈ ਰੁਕਾਵਟ ਪਾ ਰਿਹਾ ਤਾਂ ਇਹਦੀ ਰੁਕਾਵਟ ਨੂੰ ਦੂਰ ਕਰਾਇਆ ਜਾਵੇ। ਪਹਿਲਾਂ ਤਾਂ ਮੈਂ ਤੁਹਾਡੇ ਨਾਲ ਹਾਂ ਵੀ ਹਾਂ, ਮੈਂ ਉਸ ਵੇਲੇ ਸਫਾਈ ਕਰਨ ਦਾ ਬੀੜਾ ਚੱਕਿਆ ਸੀ। ਨਾਲੇ ਮੰਗਤ ਵੀ ਆਪਣੇ ਨਾਲੇ ਸਾਫ ਹੁੰਦੇ ਰਹੇ। ਅਸੀਂ ਤੁਹਾਨੂੰ ਕਿਹਾ ਵੀ ਜਿਹੜਾ ਸਹਿਜ ਹੋਗਾ ਸਾਨੂੰ ਵੀ ਦੱਸੋ। ਹੁਣ ਆਪਣੇ ਨਾਲੇ ਥੋੜਾ ਬਣਨਾ, ਤੁਸੀਂ ਜਵਾਬ ਤਾਂ ਕੰਮ ਵਾਲਿਆਂ ਨੇ ਕਰਨ। ਸਾਡੀ ਤਾਂ ਇੰਨੀ ਸੇਵਾ ਦੀ ਚਾਹ ਪਾਣੀ ਪਿਲਾ ਸਕਦੇ, ਕੁਝ ਹੋਰਾਂ ਦਾ ਦੱਸੋ। ਨਹੀਂ ਉਹ ਨਹੀਂ, ਉਹ ਤਾਂ ਕੋਈ ਗੱਲ ਨਹੀਂ। ਜਮਾਦਾਰ ਕੋਈ ਵੀ ਨਾਨਕ ਰੋਡ ਤੇ ਕਿਤੇ ਆਉਣਗੇ ਭਾਈ ਚਾਹ ਪਾਣੀ ਕੋਈ ਅੱਜ ਦੇ ਸੰਬੰਧ ਨਹੀਂ ਹੈਗੇ। ਮੇਰੇ ਖਿਆਲ 40-45 ਸਾਲਾਂ ਦੇ ਸੰਬੰਧ ਨੇ ਆਪਣੇ। ਦੇਖੋ ਸ਼ਹਿਰ 'ਚ ਪਾਣੀ ਦੀ ਸਮੱਸਿਆ ਐਮਐਲਏ ਸਾਹਿਬ ਅੱਜ ਮੀਟਿੰਗ ਵੀ ਸੀਗੀ ਅੱਜ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਕਮੇਟੀ ਜਿਹੜੇ ਮੈਂਬਰ ਚੁਣੇ ਗਏ ਨੇ ਉਹਨਾਂ ਦੀ, ਤੇ ਅੱਜ ਕੁਝ ਸ਼ਹਿਰ ਵਾਲੇ ਮਸਲੇ ਵੀ ਲੈ ਕੇ ਆਏ ਸੀਗੇ ਜੀ ਤੁਹਾਡੇ ਕੋਲੇ। ਕੀ ਹੋਇਆ ਜੀ, ਹੱਲ ਕੋਈ ਨਿਕਲਿਆ ਜੀ? ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਜਿਹੜਾ ਸ਼ਹਿਰ ਦਾ ਸਭ ਤੋਂ ਵੱਡਾ ਮਸਲਾ ਹੈ ਉਹ ਹੈਗਾ ਸੀਵਰੇਜ ਦਾ। ਤੇ ਹੁਣ ਬਰਸਾਤਾਂ ਜਿਵੇਂ ਮੌਸਮ ਆ ਤੇ ਸ਼ਹਿਰ 'ਚ ਪਾਣੀ ਖੜ ਜਾਂਦਾ। ਤੇ ਵੱਡੀ ਗੱਲ ਤਾਂ ਇਹਦੀ, ਤੇ ਸ਼ਹਿਰ ਵਾਸੀਆਂ ਤੋਂ ਮੈਂ ਤਾਂ ਆਪ ਕਹਿ ਕੇ ਆਇਆ ਜੀ ਭਰਾਵੋ, ਕੱਲ੍ਹ ਨੂੰ ਆਓ ਸਾਨੂੰ ਪੁੱਛੋ ਵੀ ਕੀ ਗੱਲ ਆ, ਕੀ ਕਿੱਥੇ ਕਹਾਣੀ ਖੜੀ ਆ, ਤੁਸੀਂ ਸਾਨੂੰ ਚੁਣਿਆ ਤਾਂ ਅਸੀਂ ਜਵਾਬ ਦੇ ਆ ਤੁਹਾਡੇ ਵਾਸਤੇ ਵੀ ਕਿੱਥੇ ਪ੍ਰੋਬਲਮ ਆ। ਤਾਂ ਇਹ ਬੁਲਾ ਦੀ ਵੀ ਸਭ ਜਿਹੜੀ ਗੱਲ ਆ ਸਹੀ ਸਪਸ਼ਟ ਸ਼ਹਿਰ ਵਾਸੀ ਨੇ ਮੂਹਰੇ ਆਵੇ। ਉਹਦੇ ਸੰਬੰਧ 'ਚ ਗੱਲ ਇਹ ਆ, ਮੈਂ ਤਾਂ ਕਿਹਾ ਪ੍ਰਧਾਨ ਜੀ ਨੂੰ ਵੀ ਕਿਹਾ ਵੀ ਸਿਆਸਤ ਛੱਡ ਕੇ ਸਭ ਤੋਂ ਜਿਹੜੀ ਵੱਡੀ ਸਮੱਸਿਆ ਸ਼ਹਿਰ ਦੀ ਪਾਣੀ ਉਹਦਾ ਹੱਲ ਕਰੀਏ। ਉਹਦੀ ਵੱਡੀ ਗੱਲ ਜੇ ਜੇ ਟੋਭੇ ਦੀ ਸਫਾਈ, ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਿਹਾ ਪਹਿਲਾਂ ਵੀ ਦੱਸਦਾ ਆਇਆ, ਜੇ ਟੋਭੇ ਦੀ ਸਫਾਈ ਵੀ ਹੁੰਦੀ ਤਾਂ ਆਹ ਪ੍ਰੋਬਲਮ ਨਾ ਆਉਂਦੀ। ਹੁਣ ਤੱਕ ਚਲੋ ਠੀਕ ਰਿਹਾ, ਵੈਸੇ ਪਾਣੀ 2-3 ਮੀਂਹ ਬਰਸਾਤਾਂ ਨਿਕਲਿਆ ਤੇ ਲਾਸਟ ਬਰਸਾਤ ਖੜਿਆ ਤੇ ਹੁਣ ਵੀ ਮਸਲਾ ਉੱਥੇ ਦਾ ਉੱਥੇ ਹੀ ਆ। ਕਹਿਣ ਦਾ ਮਤਲਬ ਨਾ ਤਾਂ ਉਹਦੀ ਸਫਾਈ ਹੋਈ ਆ, ਤੇ ਦੂਜਾ ਜਿਹੜਾ ਟ੍ਰੀਟਮੈਂਟ ਪਲਾਂਟ ਆ ਉਹ ਦੇਖੋ ਕਈ ਸਾਲ ਹੋ ਗਏ, ਉਹ ਹਜੇ ਤੱਕ ਕੰਪਲੀਟ ਹੀ ਨਹੀਂ ਹੋਇਆ। ਜੇਕਰ ਇਹ ਮੈਂ ਗੱਲ ਕਰਦੇ ਆਪਾਂ ਵੀ 82 ਲੱਖ ਰੁਪਇਆ ਹੋਰ ਲੱਗਦਾ ਜੀ, ਸ਼ਾਇਦ 82 ਲੱਖ ਹੋਰ ਲਾਉਣ ਦੀ ਲੋੜ ਵੀ ਨਾ ਹੋਵੇ। ਜੇ ਟ੍ਰੀਟਮੈਂਟ ਪਲਾਂਟ ਤਿਆਰ ਹੁੰਦਾ ਤਾਂ ਉਹਦਾ ਪਾਣੀ ਪਾ ਕੇ ਭੇਜ ਸਕਦੇ। ਮੈਂ ਤੁਹਾਨੂੰ ਰੋਕਦਾ ਇੱਥੇ, ਜਿਹੜੀ ਗੱਲ ਕੱਲ ਪ੍ਰਧਾਨ ਜੀ ਨਾਲ ਇੱਕ ਇੰਟਰਵਿਊ ਕੀਤੀ ਸੀਗੀ ਰਣਵੀਰ ਢਿੱਲੋਂ ਨਾਲ, ਉਹਨਾਂ ਨੇ ਕਿਹਾ ਵੀ ਸਾਡੇ ਇਖਤਾਰ ਖੇਤਰ ਦੇ ਵਿੱਚ ਨਹੀਂ ਹੈਗਾ ਟ੍ਰੀਟਮੈਂਟ ਪਲਾਂਟ ਆ ਜਿਹੜਾ।
ਵੀ ਸਾਨੂੰ ਕੋਈ ਪਾਵਰ ਹੈ ਨਹੀਂ। ਪਾਵਰ ਨਹੀਂ, ਦੇਖੋ ਪੇਮੈਂਟ ਉਹਦਾ ਜੋ ਵੀ ਜਿੰਨਾ ਵੀ ਉਹਦੇ ਇਨਵੈਸਟਮੈਂਟ ਹੋਈ ਆ, ਉਹਦੀ ਜਿੰਨੀ ਵੀ ਪੇਮੈਂਟ ਆ ਉਹ ਤਾਂ ਕਮੇਟੀ ਨੇ ਕੀਤੀ ਆ। ਉਹ ਗੱਲ ਵੱਖਰੀ ਆ ਵੀ ਸੀਵਰੇਜ ਬੋਰਡ ਨੇ ਗਾਂ ਦੇ ਉਹਦੇ ਥਰੂ ਕੰਮ ਹੋ ਰਿਹਾ। ਮੈਂ ਤਾਂ ਕਿਹਾ ਉਹਨਾਂ ਨੂੰ ਕੋਈ ਨੋਟਿਸ ਤਾਂ ਕੱਢੇ ਹੋਣਗੇ, ਕੋਈ ਕੰਮ ਦਾ ਟਾਈਮ ਆਉਣ ਤਾਂ ਹੁੰਦੇ ਵੀ ਇੰਨੇ ਟਾਈਮ 'ਚ ਕੰਮ ਕੰਪਲੀਟ ਹੋਣਾ, ਜੇ ਨਹੀਂ ਹੋਣਾ ਤਾਂ ਕੋਈ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ। ਅਸੀਂ ਪੁੱਛ ਤਾਂ ਸਕਦੇ ਹਾਂ ਉਹਨਾਂ ਨੂੰ ਵੀ ਕਿਉਂ ਨਹੀਂ ਕੀਤਾ ਹੈਗਾ। ਜੇ ਮੰਨ ਲਓ ਜੇ ਕੰਮ ਨਹੀਂ ਕੀਤਾ ਤਾਂ ਬਲੈਕ ਲਿਸਟ ਕਿਉਂ ਨਹੀਂ ਹੋਈ ਕੰਪਨੀ ਜਿਹੜੀ ਨੂੰ ਵੀ ਠੇਕਾ ਦਿੱਤਾ ਹੋਇਆ। ਹੁਣ ਵੱਡੀ ਗੱਲ ਇਹ ਆ, ਆਪਾਂ ਜਿਹੜੀ ਸਭ ਤੋਂ ਵੱਡੀ ਗੱਲ ਕਰਦੇ ਆ, ਮੈਂ ਤਾਂ ਇਹੀ ਕਿਹਾ ਸੀ ਵੀ ਜੇ ਤੁਸੀਂ ਕੋਈ ਨੋਟਿਸ ਭੇਜਿਆ, ਕਹਿੰਦੇ ਜੀ ਭੇਜਿਆ ਨੋਟਿਸ, ਮੈਂ ਪਿਛਲੇ 3-4 ਮਹੀਨੇ 'ਚ ਕੱਢ ਕੇ ਦਿਖਾਓ ਜਿਹੜੇ ਨੋਟਿਸ ਭੇਜੇ ਨੇ, ਸਾਨੂੰ ਪਤਾ ਤਾਂ ਲੱਗੇ। ਕੀ ਇਹ ਹੁਣ ਕੰਮ ਰੁਕਿਆ ਹੋਇਆ ਜਾਂ ਚੱਲਦਾ ਪਿਆ ਜੀ ਉਹਦਾ? ਨਹੀਂ, ਕੰਮ ਉਸ ਤਰੀਕੇ ਨਾਲ ਇਹ 2 ਠੇਕੇਦਾਰਾਂ ਕੋਲ ਕੰਮ ਆ। ਇੱਕ ਠੇਕੇਦਾਰ ਤਾਂ ਮੈਂ ਸੁਣਿਆ ਕਹਿੰਦੇ ਵੀ ਸ਼ਾਇਦ ਭੱਜ ਗਿਆ, ਤੇ ਮੀਟਿੰਗ ਹੈਗੀ ਆ ਸ਼ਾਇਦ 27 ਜਾਂ 27 ਤਰੀਕ ਦੀ ਮੀਟਿੰਗ ਹੈ ਉਹਨਾਂ ਨਾਲ ਫੇਰ ਬੁਲਾ ਕੇ। ਤੁਹਾਡੀ ਕੋਈ ਉਹਨਾਂ ਨਾਲ ਵਾਰਤਾਲਾਪ ਹੋ ਗਈ, ਮੀਟਿੰਗ ਹੋਈ ਹੈ ਕਿ ਉਹਨਾਂ ਨਾਲ ਜੀ? 27 ਤਰੀਕ ਨੂੰ ਐਸਡੀਐਮ ਸਾਹਿਬ ਤੇ ਅਸੀਂ ਸਾਰੇ ਇਕੱਠੇ ਹੋ ਕੇ ਗੱਲ ਹੋਵਾਂਗੇ। ਤੇ ਪਿਛਲੀ ਵਾਰ ਗੱਲਬਾਤ ਤਾਂ ਚੱਲਦੀ ਰਹੀ ਆ, ਉਹੀ ਲਾ ਰਹੇ ਨੇ, ਹੋਰ ਕੁਝ ਨਹੀਂ ਹੈਗਾ। ਸਾਫ਼ ਪੁੱਛੂਗੇ ਉਹਨਾਂ ਨੂੰ, ਨਹੀਂ ਬਣਦੀ ਕਾਰਵਾਈ ਜੇ ਬਲੈਕ ਲਿਸਟ। ਅੱਜ ਸ਼ਹਿਰ ਵਾਸੀਆਂ ਦਾ ਇਹ ਕਹਿਣਾ ਜੇ ਕੋਈ ਹੱਲ ਨਹੀਂ ਹੁੰਦਾ ਤਾਂ ਅਸੀਂ ਸੀਵਰੇਜ ਬੋਰਡ ਅੱਗੇ ਧਰਨਾ ਲਾਵਾਂਗੇ। ਤੁਹਾਨੂੰ ਵੀ ਉਹਨਾਂ ਨੇ ਵਿੱਚ ਲੈਣ ਲੈ ਗਿਆ, ਤੁਸੀਂ ਰਾਜੀ ਇਹ ਗੱਲ? ਦੇਖੋ ਸ਼ਹਿਰ ਦੀ ਸਮੱਸਿਆ ਨਾਲ ਆ, ਮੈਂ ਸ਼ਹਿਰ ਦੀ ਜੇ ਕਿਤੇ ਪ੍ਰੋਬਲਮ ਹੋਊਗੀ ਮੈਂ ਸ਼ਹਿਰ ਦੇ ਲੋਕਾਂ ਨਾਲ ਖੜਾ। ਸ਼ਹਿਰ ਦੇ ਲੋਕਾਂ ਨੇ ਸਾਨੂੰ ਚੁਣਿਆ ਹੀ ਤਾਂ ਹੈ। ਅਸੀਂ ਉਹਨਾਂ ਜਿਹੜੀ ਸਮੱਸਿਆ ਮੰਨ ਲਓ ਉਹਨਾਂ ਦੀ ਸਮੱਸਿਆ ਨਹੀਂ, ਸਾਡੀ ਸਮੱਸਿਆ ਮੰਨ ਕੀ ਮੈਂ ਗੱਲ ਕਰਾਂ, ਜੇ ਗੱਲ ਕਰਾਂ ਅੱਜ ਗੱਲ ਸਵਾਲ ਤਾਂ ਖੜੇ ਉੱਠਦੇ ਨੇ ਜੀ। ਅਸੀਂ ਆਪ ਜਾਂਦੇ ਰਹੇ ਹਾਂ, ਪਿਛਲੇ ਸਾਲ ਅਸੀਂ ਆਪ ਧਰਨੇ ਲਾਉਂਦੇ ਰਹੇ ਹਾਂ ਜੀ। ਅੱਜ ਆਇਆ ਨਹੀਂ, ਅੱਜ ਬੁਲਾਏ ਵੀ ਤਾਂ ਨੇ, ਮੈਂ ਤਾਂ ਆਪ ਕਾਲ ਕੀਤੀ ਹੈ ਵੀ ਆਓ। ਤੇ ਦੇਖੋ ਗੱਲ ਇਹ ਬਣਦੀ ਆ ਵੀ ਪ੍ਰੋਬਲਮ ਅਸਲ 'ਚ ਖੜੀ ਆ ਜਾਂ ਖੜੀ ਕੀਤੀ ਜਾ ਰਹੀ ਆ। ਮੈਂ ਤਾਂ ਇਹ ਵੀ ਕਿਹਾ ਵੀ ਸ਼ਾਬਾਸ਼ੀ ਜਿਹੜਾ ਮਰਜ਼ੀ ਲੈ ਲਿਓ, ਇਹ ਨਹੀਂ ਹੋਊਗਾ ਵੀ ਕੱਲ ਨੂੰ ਕਹੂੰਗਾ ਵੀ ਆਮ ਆਦਮੀ ਪਾਰਟੀ ਦੇ ਆਉਣ ਵਾਲੀ ਸਮੱਸਿਆ ਦਾ ਹੱਲ ਹੋ ਗਿਆ। ਸਾਰਿਆਂ ਦੇ ਰਲ ਮਿਲ ਕੇ ਕੰਮ ਕਰਨ ਨਾਲ ਸਮੱਸਿਆ ਦਾ ਹੱਲ ਹੋਣਾ। ਸਾਰੇ ਰਲ ਕੇ ਕੰਮ ਕਰੀਏ ਸ਼ਹਿਰ ਵਾਸੀਆਂ ਲਈ, ਕਿਉਂਕਿ ਸਾਰਿਆਂ ਨੇ ਸਾਨੂੰ, ਚਾਹੇ ਮੈਂ ਆਪਣੀ ਗੱਲ ਕਰ ਲਵਾਂ, ਚਾਹੇ ਪ੍ਰਧਾਨ ਜੀ ਉਹਨਾਂ ਦੀ ਗੱਲ ਹੋਵੇ, ਜਾਂ ਹੋਰ ਜਿਹੜੀ ਮਰਜ਼ੀ ਗੱਲ ਕਰਨਾ, ਅਸੀਂ ਤਾਂ ਵੱਡੇ ਹਾਂ, ਅਸੀਂ ਤਾਂ ਅੱਗੇ ਹਾਂ, ਅਸੀਂ ਤਾਂ ਨੁਮਾਇੰਦਗੀ ਕਰ ਰਹੇ ਹਾਂ ਸਾਰੇ ਰਲ ਕੇ, ਜੇ ਉਹਨਾਂ ਨੇ ਸਾਨੂੰ ਮੌਕਾ ਦਿੱਤਾ। ਤੇ ਮੈਂ ਫਿਰ ਇਹੀ ਬੇਨਤੀ ਕਰੂੰਗਾ ਵੀ ਇਹ ਜਿਹੜੀ ਸਮੱਸਿਆ ਸਾਰੇ ਰਲ ਕੇ ਅਸੀਂ ਹੱਲ ਛੇਤੀ ਕਰੀਏ ਨਾ ਬਸ। ਨਹੀਂ, ਟ੍ਰੀਟਮੈਂਟ ਪਲਾਨ ਦਾ ਆਪਣੇ ਹੱਥ 'ਚ ਨਹੀਂ ਕੋਈ ਕਰ ਸਕਦੇ ਆਪਣੇ ਬੇਸ ਤੇ ਹੀ? ਨਹੀਂ, ਜੋ ਵੀ ਸਮੱਸਿਆ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਮੀਟਿੰਗ ਹੋਣੀ ਆ, ਉਹ 'ਚ ਜੋ ਵੀ ਉਹਦਾ ਹੱਲ ਹੋਊਗਾ ਉਸ ਹਿਸਾਬ ਨਾਲ ਕਰੂੰਗੇ। ਨਹੀਂ ਬੁਲਾ ਕੇ ਜੋ ਵੀ ਉਹਨਾਂ ਦੇ ਹੈਗੀ ਆ ਕਾਰਵਾਈ ਉਹ ਕੀਤੀ ਜਾਊਗੀ। ਕੀ ਇਹ ਕੰਮ ਪੈਸਿਆਂ ਵਜ੍ਹਾ ਨਾਲ ਰੁਕਿਆ ਹੈ? ਨਹੀਂ, ਪੈਸਿਆਂ ਵੱਲੋਂ ਰੁਕਿਆ, ਇਹਨਾਂ ਲੈ ਕੀ ਕਰਕੇ ਰੁਕਿਆ ਹੈ? ਪੈਸੇ ਪੂਸੇ ਨਹੀਂ, ਪੈਸੇ ਤਾਂ ਦਿੱਤੇ ਹੋਣੇ ਸਾਡੇ, ਟ੍ਰੀਟਮੈਂਟ ਚੱਲਿਆ ਹੀ ਨਹੀਂ ਹੈ, ਪਲਾਨ ਚੱਲੇ ਨਹੀਂ ਹੈਗਾ। ਜ਼ਿਆਦਾ ਕਰੋ ਵੀ ਜਿੱਦਾਂ ਇਹਦਾ ਕੋਈ ਸਹੀ ਤਰੀਕੇ ਨਾਲ ਉਹ ਮਤਲਬ ਆਪਾਂ ਹੈਂਡਲ ਨਹੀਂ ਕੀਤਾ ਇਸ ਪ੍ਰੋਬਲਮ ਜਦੋਂ ਆਈ ਆ। ਜੇ ਪਿਛਲੇ ਟਾਈਮ ਸਹੀ ਤਰੀਕੇ ਨਾਲ ਬਾਰ-ਬਾਰ ਇੱਕ ਜਿਵੇਂ ਦੱਸਦੇ ਨੇ ਵੀ ਇੱਕ ਜਿਹੜਾ ਉਹਦਾ ਹੋਆ 2 ਜਣਾਂ ਨੂੰ ਦਿੱਤਾ ਟਿੱਕਾ ਅਲੱਗ ਪੁਆਇੰਟ ਨੇ ਉਹਦੇ, ਇੱਕ ਤਾਂ ਠੇਕੇਦਾਰ ਭੱਜ ਵੀ ਗਿਆ, ਮਤਲਬ ਛੱਡੇ ਗਿਆ ਕੰਮ। ਐਮਐਲ ਸਾਹਿਬ ਜੇ ਆਪਾਂ ਗੱਲ ਕਰੀਏ ਜਿਹੜੀ ਆਪਣੀ ਸਰਕਾਰ ਦੀ ਪ੍ਰਕਿਰਿਆ ਜਿਹੜੀ ਆਨਲਾਈਨ ਟੈਂਡਰ ਹੁੰਦੇ ਨੇ, ਬਾਹਰਲੇ ਬੰਦੇ ਲੈ ਜਾਂਦੇ ਨੇ, ਕੁਝ ਇਦਾਂ ਦਾ ਹਾਲ ਤੁਸੀਂ ਸੀਐਮ ਸਾਹਿਬ ਤੱਕ ਮੰਗ ਲੈ ਕੇ ਜਾਓ ਵੀ ਜਿਹੜੇ ਟੈਂਡਰ ਨੇ ਲੋਕਲ ਬੰਦਿਆਂ ਦੇ ਦਿੱਤੇ ਤਾਂ ਜੋ ਕੰਮ। ਦੇਖੋ ਹੈਰਾਨ ਹੋਣ ਨਾਲੋਂ ਸਾਨੂੰ ਇਹ ਪਤਾ, ਇਹ ਨਾ ਦੇਖਿਆ ਜਾਵੇ ਗਾਂ ਵਾਲੇ ਵਾਸਤੇ। ਜ਼ਰੂਰ ਬਹੁਤ ਵਧੀਆ ਸਵਾਲ ਆ ਤੁਹਾਡਾ, ਟੈਂਡਰ ਲੈ ਜਾਂਦਾ ਕੋਈ, ਪਰ ਸਾਨੂੰ ਹੈਰਾਨ ਕਰਦਾ ਜੇ ਕੋਈ ਲੋਕਲ ਬੰਦਾ ਹੋਵੇ ਜਿਹਦਾ ਸਾਨੂੰ ਪਤਾ ਹੋਵੇ ਵੀ ਇਹ ਠੇਕੇਦਾਰ ਬਹੁਤ ਵਧੀਆ ਟਾਈਮ ਸਿਰ ਕੰਮ ਕਰਦਾ। ਜੇ ਕੋਈ ਮਤਲਬ ਕਿਸੇ ਟੈਂਡਰ ਨੂੰ ਕਰੋੜਾਂ ਦਾ ਟੈਂਡਰ ਆ, ਜੇ 10 ਲੱਖ ਸਸਤਾ ਲੈ ਵੀ ਜਾਂਦਾ, ਜੇ ਅਸੀਂ ਹੈਰਾਨ ਹੁੰਦੇ ਆ ਬਾਅਦ 'ਚ ਉਹਦਾ ਫਾਇਦਾ ਕੀ ਆ? ਇਸ ਤਰ੍ਹਾਂ ਦੀ ਪ੍ਰਕਿਰਿਆ ਚਾਹੀਦੀ ਆ ਸਾਰਿਆਂ ਦੀ ਸਹਿਮਤੀ ਨਾਲ। ਲੋਕਲ ਬੰਦਾ ਜੋ ਵਧੀਆ ਬੰਦਾ ਵਧੀਆ ਠੇਕੇਦਾਰ ਉਹਨੂੰ ਟੈਂਡਰ ਦੇਣਾ ਬਣਦਾ। ਹੁਣ ਸਰਕਾਰ 'ਚ ਹੁਣ ਗੱਲ ਹੈ ਮੈਂ ਜ਼ਰੂਰ ਕਰੂੰ, ਇਹ ਜ਼ਰੂਰ ਕਰਨੀ ਬਣਦੀ ਆ। ਤੁਸੀਂ ਇਹ ਦੇਖੋ ਹੈਰਾਨਗੀ ਉਹ ਜਿਹੜਾ ਟੁੱਬੇ ਵਾਲਾ ਐਸੇ ਲੋਕਲ ਬੰਦਾ ਤਿਆਰ ਕੀਤਾ। ਪਹਿਲਾਂ ਤਾਂ ਗੱਲਾਂ ਕੋਈ ਸਫਾਈ ਨੂੰ ਪਹਿਲਾਂ ਕੋਈ ਮੰਨਦਾ ਨਹੀਂ ਹੈਗਾ, ਪਹਿਲਾਂ ਮਿਹਨਤਾਂ ਕਰਕੇ ਕੋਈ ਬੰਦੇ ਨੂੰ ਕਿਹਾ ਵੀ ਭਰਾ ਚੱਲ ਕੋਈ ਗੱਲ ਨਹੀਂ, ਸੇਵਾ ਦੀ ਮੰਨ ਕੇ ਕਰਦੇ, ਇਹ ਕੰਮ ਹੋਣਾ ਜ਼ਰੂਰੀ ਆ। ਬੰਦਾ ਤਿਆਰ ਹੋਇਆ ਤੇ ਉਸੇ ਦਿਨ ਜਦੋਂ ਟੈਂਡਰ ਖਤਮ ਹੋਣਾ 5 ਮਿੰਟ ਪਹਿਲਾਂ, ਮੈਂ ਤਾਂ ਜਦ ਵੀ ਕਿਹਾ ਵੀ ਮੈਨੂੰ ਸ਼ੱਕ ਆ ਬਈ ਜਿਹੜਾ 5 ਮਿੰਟ ਪਹਿਲਾਂ ਟੈਂਡਰ ਪਾਉਣ ਲੱਗਿਆ ਵੀ ਇਹ ਕੰਮ ਨਹੀਂ ਹੋਣਾ ਹੈਗਾ ਕੰਪਲੀਟ, ਉਹ ਸੱਚ ਨਿਕਲ ਗਿਆ। ਉਹ ਮੁੜ ਕੇ ਲੱਭੇ ਹੀ ਨਹੀਂ ਹੈਗਾ ਜੀ। ਜੇ ਕਹੀਏ ਹੁਣ ਟੈਂਡਰ ਹੋਊਗਾ, ਹੁਣ ਜਿਵੇਂ ਜੂਨ ਜੁਲਾਈ 'ਚ ਮੈਂ ਪਹਿਲਾਂ ਵੀ ਤਾਂ ਕਰਦਾ, ਟੋਬੀ ਸਫਾਈ ਲਈ ਸਭ ਤੋਂ ਸਹੀ ਟਾਈਮ ਸੀਗਾ। ਹੁਣ ਜੁਲਾਈ 'ਚ ਤਾਂ ਕੀ ਹੋਣਾ, ਮਤਲਬ ਮਈ ਜੂਨ ਦੀ ਗੱਲ ਕਰੀ, ਜੁਲਾਈ 'ਚ ਤਾਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ। ਇਹ ਰੀਟੈਂਡਰ ਨਹੀਂ ਹੋ ਸਕਦਾ ਸਰ? ਕਹਿੰਦੇ ਜੀ ਉਹਨੂੰ 6 ਮਹੀਨੇ ਦਿੱਤੇ ਨੇ ਅਸੀਂ ਕੰਮ ਕਰਨ ਵਾਸਤੇ, 6 ਮਹੀਨੇ 'ਚ ਕੰਮ ਹੋਣਾ, ਇਹਨਾਂ ਦੱਸਣ ਮੁਤਾਬਕ। ਸ਼ਹਿਰ ਵਾਸੀਆਂ ਨੂੰ ਕੀ ਆਸ਼ਵਾਸਨ ਦੇਣਾ ਚਾਹੁੰਦੇ ਤੁਸੀਂ? ਦੇਖੋ ਆ ਤਾਂ ਤੁਹਾਨੂੰ ਪਤਾ ਹੀ ਹੈ ਵੀ ਬਹੁਤ ਆਸਾਂ ਨੇ, ਬਹੁਤ ਜ਼ਿਆਦਾ ਉਹਨਾਂ ਨੇ ਸਾਡੇ 'ਤੇ ਆਸ ਰੱਖੀ ਹੈ, ਤਾਂ ਹੀ ਇੱਕ ਵੱਡੀ ਜਿੱਤ ਇਤਿਹਾਸ ਜਿੱਤ ਕੇ ਪਾਸਾ ਪਲਟ ਕੇ ਰੱਖਤਾ। ਤੇ ਇਹ ਜਿਹੜੀਆਂ ਸਮੱਸਿਆਵਾਂ ਨੇ ਸਾਡੀਆਂ ਸਾਰੀਆਂ ਦੀਆਂ ਸਾਂਝੀਆਂ ਸਮੱਸਿਆਵਾਂ ਨੇ, ਇਹ ਤਾਂ ਹੱਲ ਹੋਊਗਾ ਹੀ ਹੋਊਗਾ। ਮੈਂ ਅੱਜ ਬੁਲਾਏ ਵੀ ਤਾਂ ਵੀ ਕਮ ਸੇ ਕਮ ਸ਼ਹਿਰ ਵਾਸੀਆਂ ਨੂੰ ਪਤਾ ਲੱਗੇ ਪ੍ਰੋਬਲਮ ਕੀ ਆ, ਕਿੱਥੇ ਖੜੀ ਆ, ਕਿਹੜਾ ਇਹਦੇ ਲਈ ਕਿੰਨਾ ਜ਼ਿੰਮੇਵਾਰ ਆ। ਕਿਉਂਕਿ ਹਰੇਕ ਬੰਦਾ ਕਹਿੰਦਾ ਵੀ ਹਾਂ ਸਰਕਾਰ ਆਈ ਆ ਵੀ ਪਤਾ ਨਹੀਂ ਆਮ ਆਦਮੀ ਪਾਰਟੀ ਕਰਕੇ, ਹਾਂ ਦੂਜੇ ਪਾਸੇ ਗੱਲ ਦੂਜੇ ਨੂੰ ਡਰ ਲੱਗਿਆ ਰਹਿੰਦਾ ਵੀ ਕਿਤੇ ਜੇ ਹੋ ਗਿਆ ਛੇਤੀ, ਕਿਤੇ ਇਹ ਨਾ ਹੋਵੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਵੀ ਤਾਂ ਛੇਤੀ ਕੰਮ ਹੋ ਗਿਆ। ਮੈਂ ਕਿਹਾ ਭਰਾਵੋ ਡਰਨ ਦੀ ਲੋੜ ਨਹੀਂ, ਤੁਹਾਡਾ ਹੀ ਕੰਮ ਆ, ਸਾਰਿਆਂ ਨੂੰ ਰਲ ਕੇ ਕਰਨਾ। ਪਾਰਟੀਆਂ ਗਈਆਂ, ਹੁਣ 5 ਸਾਲ ਬਾਅਦ ਦੇਖੂਗੇ, ਹੁਣ ਸਾਰੇ ਆਪਾਂ ਇੱਕ, ਸਾਰਿਆਂ ਨੇ ਵੋਟਾਂ ਪਾਈਆਂ, ਸਾਰੇ ਮੇਰੇ ਵੀਰ ਭਰਾ ਨੇ ਰਲ ਕੇ ਸ਼ਹਿਰ ਲਈ ਜੇ ਆਪਾਂ ਨੂੰ ਮੌਕਾ ਦਿੱਤਾ ਆਪਾਂ ਵਧੀਆ ਕਰ। ਠੀਕ, ਆਹੀ ਗੱਲ।
ਚਲੋ ਸਾਹਿਬ ਮੀਟਿੰਗ ਸੀ ਅੱਜ ਹਾਊਸ ਦੀ ਤੁਹਾਡੇ ਜਿਹੜੇ ਚੁਣੇ ਹੋਏ ਮੈਂਬਰਾਂ ਦੀ ਤੇ ਕੁਝ ਦੁਕਾਨਦਾਰ ਵੀ ਆਏ ਸੀ ਆਪਣੇ ਮਸਲੇ ਲੈ ਕੇ ਬਰਸਾਤੀ ਪਾਣੀ ਲੈ ਕੇ ਕੀ ਹੋਇਆ ਜੀ ਇਹਦੇ ਵਿੱਚ ਅੱਜ? ਸਾਡੀ ਇਹ ਮੀਟਿੰਗ ਸੀਗੀ ਜੀ, ਜਿਹੜੀ ਰੂਟੀਨ ਦੀ ਹਾਊਸ ਦੀ ਮੀਟਿੰਗ ਹੁੰਦੀ ਹੈ, ਜਿਹੜੇ ਵੱਖ-ਵੱਖ ਮਸਲੇ ਸੀ ਸ਼ਹਿਰ ਦੇ, ਸਾਡੀ ਕਮੇਟੀ ਦੇ ਜਾਂ ਕੁਝ ਰਿਪੋਰਟਾਂ ਸਾਡੇ ਤੋਂ ਮੰਗੀਆਂ ਗਈਆਂ ਸੀ, ਉਹ ਸਾਰੀਆਂ ਅੱਜ ਦੇਣ ਦਾ ਸਾਡਾ ਇਰਾਦਾ ਸੀ। ਔਰ ਇਸ ਮੀਟਿੰਗ 'ਚ ਜੋ ਸ਼ਹਿਰ ਦੇ ਮਸਲੇ ਨੇ, ਜੋ ਸਾਡੇ ਸਤਿਕਾਰਯੋਗ MC ਸਾਹਿਬਾਨ ਆਪਣੇ ਆਪਣੇ ਵਾਰਡਾਂ ਦੇ ਲੈ ਕੇ ਆਉਂਦੇ, ਉੱਤੇ ਚਰਚਾ ਹੁੰਦੀ। ਕੁਝ ਕੁ ਸ਼ਹਿਰ ਦੇ ਜਿਹੜੇ ਵਸਨੀਕ ਨੇ ਜਿਨ੍ਹਾਂ ਨੂੰ ਤਕਲੀਫਾਂ ਸੀ, ਤੰਗੀ ਸੀਗੀ, ਦਿੱਕਤਾਂ ਸੀ, ਉਹ ਵੀ ਆਏ ਸੀ ਔਰ ਉਹ MC ਸਾਹਿਬਾਨਾਂ ਦੇ ਰਾਹੀਂ ਪਹਿਲਾਂ ਹੀ ਮੇਰੇ ਤੱਕ ਪਹੁੰਚ ਚੁੱਕੀਆਂ ਸੀ। ਅਸੀਂ ਉਹਨਾਂ 'ਤੇ ਕੰਮ ਕਰ ਰਹੇ ਹਾਂ। ਪਰ ਅੱਜ ਦੀ ਮੀਟਿੰਗ 'ਚ ਕੁਝ ਕੁ ਸ਼ਰਾਰਤੀ ਅਨਸਰਾਂ ਨੇ ਜਿਹੜਾ ਸਾਡੇ ਹਾਊਸ ਦਾ ਮਾਹੌਲ ਹੈ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ MLA ਸਾਹਿਬ ਨੇ ਸਾਡੇ ਸਾਰੇ ਹਾਊਸ ਦੇ ਜਿਹੜੇ ਸਤਿਕਾਰਯੋਗ MC ਨੇ ਉਹਨਾਂ ਨੇ ਵੀ, ਔਰ ਅਸੀਂ ਸਾਰਿਆਂ ਨੇ ਬੜੇ ਸੁਚੱਜੇ ਢੰਗ ਨਾਲ ਇਹ ਕੋਸ਼ਿਸ਼ ਕੀਤੀ ਹੈ ਵੀ ਮਾਹੌਲ ਨਾ ਖਰਾਬ ਹੋਵੇ। ਜਿਹੜੀ ਲੋਕਾਂ ਦੀ ਸਮੱਸਿਆਵਾਂ ਨੇ ਇੱਕ ਇੱਕ ਕਰਕੇ ਸੁਣ ਕੇ, ਮਾੜੀ ਮੋਟੀ ਚਲੋ ਤਲਖੀ ਜ਼ਰੂਰ ਹੋਈ ਹੈ ਬਟ ਉਹ ਕੋਈ ਐਡੀ ਐ ਖਾਸ ਨਹੀਂ ਸੀ, ਕਿਸੇ ਦੇ ਵਿਰੁੱਧ ਨਹੀਂ ਬੋਲਿਆ ਗਿਆ। ਇਸ ਗੱਲ ਦਾ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ। ਔਰ ਇਹ ਜਿਹੜੇ ਸਾਡੇ ਸ਼ਹਿਰ ਦੇ ਲੋਕ ਨੇ ਜਿਨ੍ਹਾਂ ਨੂੰ ਪ੍ਰੋਬਲਮ ਤਕਲੀਫਾਂ ਹੈਗੀਆਂ ਨੇ, ਉਹਨਾਂ ਨੂੰ ਮੈਂ ਆਸ਼ਵਾਸਨ ਦਿੰਦਾ ਵੀ ਇਹ ਸਾਡੇ ਨੌਲੇਜ 'ਚ ਹੈਗੀਆਂ ਨੇ, ਅਸੀਂ ਇਹਨਾਂ 'ਤੇ ਕੰਮ ਕਰ ਰਹੇ ਹਾਂ। ਜਿੱਥੇ ਕਿਤੇ ਸਾਨੂੰ ਸਰਕਾਰ ਦੀ ਮਦਦ ਦੀ ਲੋੜ ਪੈਂਦੀ ਹੈ, ਅਸੀਂ ਥਰੂ ਪ੍ਰੋਪਰ ਚੈਨਲ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਂਦੇ ਵੀ ਹਾਂ ਔਰ ਸਰਕਾਰ ਤੋਂ ਮਦਦ ਲਏ ਬਿਨਾਂ ਇਸ ਕਮੇਟੀ ਦਾ ਹੱਲ ਜਿਹੜਾ ਹੈ ਉਹ ਨਹੀਂ ਹੁੰਦਾ। ਜੇ ਆਪਾਂ ਗੱਲ ਕਰੀਏ ਟ੍ਰੀਟਮੈਂਟ ਪਲਾਨ ਦੀ, ਜਿਹੜਾ ਅੱਜ ਰੌਲਾ ਪਿਆ ਵੀ ਜਿਹੜਾ ਕੰਮ ਰੁਕਿਆ ਪਿਆ ਠੇਕੇਦਾਰ ਨੂੰ ਨੋਟਿਸ ਨਹੀਂ ਕੱਢੇ ਗਏ, ਤੁਸੀਂ ਕਹੇ ਹੋ ਕੱਢੇ ਗਏ ਨੇ, ਇਲੈਕਟ੍ਰੀ ਕੋਈ ਆਇਆ ਨਹੀਂ ਸਾਹਮਣੇ, ਕੀ ਹੈਗਾ ਜੀ ਇਹ ਸਾਰਾ? ਦੇਖੋ ਸਾਰਾ ਮਾਮਲਾ ਇਹ ਹੈ ਜੀ, ਜਿਹੜੇ ਆਪਣੇ ਸਰਕਾਰ ਬਣੀਆਂ ਝਾੜੂ, ਇਹ ਸਾਰੇ ਜਿਹੜੇ ਸਰਕਾਰ ਦੇ ਨੁਮਾਇੰਦੇ ਬਣੇ ਨੇ, ਐਤਕੀ ਜਿਹਨਾਂ ਨੂੰ ਮੌਕਾ ਮਿਲਿਆ ਉਹ ਪੂਰੇ ਪੰਜਾਬ 'ਚ ਮੈਜੋਰਟੀ ਬੰਦੇ ਪਹਿਲੀ ਵਾਰ ਬਣੇ ਜਿਨ੍ਹਾਂ ਨੇ ਕਦੇ ਪਹਿਲਾਂ ਇਲੈਕਸ਼ਨ ਨਹੀਂ ਲੜਿਆ, ਜਿਹਨਾਂ ਨੂੰ ਤਜਰਬਾ ਨਹੀਂ ਸਰਕਾਰੀ ਪ੍ਰੋਸੈਸ ਦਾ, ਟੈਂਡਰਿੰਗ ਪ੍ਰੋਸੈਸ ਦਾ, ਨੋਟਿਸ ਕਿਵੇਂ ਨਿਕਲਦੇ ਨੇ, ਕਿਵੇਂ ਉਹ ਰਿਸੀਵ ਹੁੰਦੇ ਨੇ, ਕਿਵੇਂ ਬਜਟ ਅਲਾਟ ਹੁੰਦਾ ਹੈ, ਕਿਵੇਂ ਬਜਟ ਖਰਚਿਆ ਜਾਂਦਾ ਹੈ, ਫਿਰ ਉਹਦੀ ਇੰਸਪੈਕਸ਼ਨ ਕਿਵੇਂ ਹੁੰਦੀ ਹੈ, ਇਨਕੁਆਇਰੀ ਕਿਵੇਂ ਹੁੰਦੀ ਹੈ, ਕਿੰਨਾ ਸਮਾਂ ਲੱਗਦਾ ਹੈ। ਇਸ ਗੱਲ ਤੋਂ ਅਣਜਾਣ, ਗਲਤੀ ਨੁਮਾਇੰਦਿਆਂ ਦੀ ਨਹੀਂ ਹੈਗੀ, ਗਲਤੀ ਉਹਨਾਂ ਬੰਦਿਆਂ ਦੀ ਹੈ ਜਿਹੜੀ ਨੁਮਾਇੰਦਿਆਂ ਨੂੰ ਮਿਸਗਾਈਡ ਕਰਕੇ ਉਹਨਾਂ ਨੂੰ ਇੱਕ ਤਰੀਕੇ ਦੀ ਆਪਾਂ ਕਹਿ ਲਓ ਵੀ ਚਾਬੀ ਭਰ ਦਿੰਦੇ। ਆਪਣੇ ਸ਼ਹਿਰ 'ਚ ਵੀ 2-4 ਐਸੇ ਇਨਸਾਨ ਹੈਗੇ ਨੇ, ਬੰਦੇ ਹੈਗੇ ਨੇ ਜੋ ਇਹ ਚਾਬੀ ਭਰਨ ਦਾ ਕੰਮ ਕਰ ਰਹੇ ਨੇ। ਮੈਂ ਆਪਣੇ ਵੱਲੋਂ MLA ਸਾਹਿਬ ਨੂੰ ਬੇਨਤੀ ਕਰਦਾ ਵੀ ਸਾਡੇ ਮੁਲਾਜ਼ਮ ਇਕੱਲੇ ਮੇਰੇ ਨਹੀਂ ਹੈਗੇ, ਉਹ ਸਰਕਾਰ ਦੇ ਮੁਲਾਜ਼ਮ ਨੇ। ਜੇ ਕੋਈ ਸਾਡੇ ਕਮੇਟੀ ਬਾਬਤ ਤੁਹਾਨੂੰ ਕੋਈ ਪ੍ਰੋਸੈਸ ਦੀ ਜਾਂ ਕਿਸੇ ਚੀਜ਼ ਦੀ ਕੋਈ ਇਨਫੋਰਮੇਸ਼ਨ ਲੈਣੀ ਹੈ, ਤੁਸੀਂ ਫੋਨ ਕਰੋ, ਤੁਹਾਨੂੰ ਸੱਚੀ ਗੱਲ ਦੱਸਣਗੇ। ਬਕਾਇਦਾ ਤੁਸੀਂ ਜਿਹੜੇ 2-4 ਚਮਚੇ ਨੇ ਉਹਨਾਂ ਨੂੰ ਤੁਸੀਂ ਕਹੋਗੇ, ਉਹ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੰਦੇ ਨੇ ਔਰ ਉਹਦਾ ਖਮਿਆਜਾ ਫਿਰ ਅਲਟੀਮੇਟਲੀ ਮੈਨੂੰ ਨਹੀਂ ਭੁਗਤਣਾ ਪੈਣਾ, ਉਹ MLA ਸਾਹਿਬ ਨੂੰ ਭੁਗਤਣਾ ਪੈਣਾ। ਠੀਕ ਹੈ, ਗੱਲ ਚੱਲੀ ਹੈ ਚਿੱਠੀ ਦੀ, ਗੱਲ ਚੱਲੀ ਹੈ ਨੋਟਿਸ ਦੀ, ਜਾਂ ਜਿਹੜਾ ਸਰਕਾਰੀ ਸਾਨੂੰ ਹਦਾਇਤ ਆਈ ਹੈ ਥਾਪਰ ਯੂਨੀਵਰਸਿਟੀ ਤੋਂ ਮਾਡਲ ਤਿਆਰ ਕਰਨ ਦੀ। ਪਹਿਲਾਂ ਵੀ MLA ਸਾਹਿਬ ਨੇ ਇੰਟਰਵਿਊ 'ਚ ਕਹਿਤਾ ਸੀ, ਅੱਜ ਵੀ ਮੀਟਿੰਗ 'ਚ ਉਹੀ ਗੱਲ ਚੱਲੀ ਹੈ। ਹਾਲਾਂਕਿ ਮੇਰਾ ਸਪਸ਼ਟੀਕਰਨ MLA ਸਾਹਿਬ ਨੂੰ ਔਰ ਬਾਕੀ ਜਨਤਾ ਨੂੰ ਮੈਂ ਦੇ ਚੁੱਕਿਆ ਇੰਟਰਵਿਊ 'ਤੇ, ਪਰ ਅੱਜ ਫੇਰ ਉਹੀ ਗੱਲ ਚੱਕ ਲਈ ਵੀ ਤੁਸੀਂ ਨੋਟਿਸ ਦੱਸੋ ਜੀ ਕਿਹੜਾ ਕਿੱਦਾਂ ਹੈ, ਚਿੱਠੀ ਦੱਸੋ ਸਰਕਾਰ ਦੀ ਕਿਹੜੀ ਆਈ ਹੈ। ਆਹ ਚਿੱਠੀ ਮੇਰੇ ਕੋਲ ਹੈ। ਹਾਲਾਂਕਿ ਮੈਂ ਇਹ ਗੱਲਾਂ 'ਚ ਵਿਸ਼ਵਾਸ ਨਹੀਂ ਕਰਦਾ, ਕਿਉਂਕਿ ਮੈਂ ਲੋਕਾਂ ਨੂੰ ਸ਼ੌਂਕ ਹੋਊਗਾ ਕੇਜਰੀਵਾਲ ਬਣਨ ਦਾ, ਮੈਨੂੰ ਕੋਈ ਸ਼ੌਂਕ ਨਹੀਂ ਹੈਗਾ। ਅਸੀਂ ਗੱਲ-ਗੱਲ 'ਤੇ ਚਿੱਠੀਆਂ, ਗੱਲ-ਗੱਲ 'ਤੇ ਇਹ ਮੂਹਰੇ ਲੈ ਕੇ ਨਹੀਂ ਆਉਂਦੇ, ਕਿਉਂਕਿ ਸਾਡੀ ਜ਼ਬਾਨ 'ਚ ਹੀ ਦਮ ਹੈ। ਜੇ ਅਸੀਂ ਕੁਝ ਕਹਿੰਦੇ ਆ ਤਾਂ ਉਹਦਾ ਕੋਈ ਮਤਲਬ ਹੈ, ਕੋਈ ਪ੍ਰੂਫ ਹੁੰਦਾ ਸਾਡੇ ਕੋਲ, ਤਾਂ ਅਸੀਂ ਉਹ ਗੱਲ ਕਰਦੇ। ਜੇ ਮੈਂ ਕਹਿੰਦਾ ਵੀ ਚਿੱਠੀ ਨਿਕਲੀ ਹੈ, ਸਾਨੂੰ ਕਮੇਟੀ ਨੂੰ ਆਈ ਹੈ,
ਤਾਂ ਜੇ ਚਿੱਠੀ ਆਈ ਹੈ ਤਾਂ ਮੈਂ ਕਿਹਾ, ਜੇ ਅਸੀਂ ਨੋਟਿਸ ਕੱਢਿਆ ਸੀਵਰੇਜ ਬੋਰਡ ਨੂੰ ਜੋ ਨਿਕਲਿਆ ਤਾਂ ਮੈਂ ਕਿਹਾ। ਸਾਨੂੰ ਆਪਣੀ ਗੱਲ ਨੂੰ ਪ੍ਰੂਫ ਕਰਨ ਵਾਸਤੇ ਆ ਵਾਰ-ਵਾਰ ਕਾਗਜ਼ਾਂ ਦੀ ਸਬੂਤ ਲੈਣ ਦੀ ਲੋੜ ਨਹੀਂ। ਜੇ ਫਿਰ ਵੀ ਕੋਈ ਤਸੱਲੀ ਮੰਗਦਾ ਹੈ, ਕੁਛ ਆ ਕੇ ਆਪਣਾ ਦਿਲ ਖੁਸ਼ ਕਰਨਾ ਚਾਹੁੰਦਾ ਹੈ, ਆ ਕਾਗਜ਼ ਮੇਰੀ ਕਮੇਟੀ 'ਚ ਪਏ ਨੇ, ਜਦ ਮਰਜ਼ੀ ਜਾ ਕੇ ਚੈੱਕ ਕਰੋ। ਇੱਕ ਤੁਸੀਂ ਗੱਲ ਕੀਤੀ ਟੋਬੇ ਸੁਸਾਇਟੀ ਵੀ ਦਸੰਬਰ ਤੱਕ ਉਹਦਾ ਹੱਲ ਕੱਢ ਲਿਆ ਜਾਊਗਾ, ਕੀ ਪੋਸੀਬਲ ਹੈ ਜੀ? ਹੋ ਸਕਦਾ ਹੈ। ਬਰਸਾਤਾਂ ਦਾ ਮੌਸਮ ਹੈ ਜੀ, ਬਰਸਾਤਾਂ ਆਉਣਗੀਆਂ, ਸਾਡਾ ਸਰਕਾਰੀ ਪ੍ਰੋਸੈਸ ਸਾਰਾ ਕੰਪਲੀਟ ਹੋਇਆ ਪਿਆ। ਟੈਂਡਰ ਹੋ ਗਿਆ, ਟੈਂਡਰ ਲੋਟ ਹੋ ਗਿਆ, ਟੈਂਡਰ ਦੀ ਸਾਡੇ ਕੋਲ ਜਿਹੜੀ ਅਮਾਊਂਟ ਹੈ ਉਹ ਜੀ ਬਜਟ ਕੀਤੀ ਹੋਈ ਹੈ, ਐਲੋਕੇਟ ਕੀਤੀ ਹੋਈ ਹੈ। ਬਸ ਕੰਮ ਵਰਕ ਆਊਟ ਕੱਟਣ ਤੋਂ ਰਹਿ ਗਿਆ। ਉਹ ਜਦੋਂ ਬਰਸਾਤ ਦਾ ਮੌਸਮ ਖਤਮ ਹੋ ਗਿਆ, ਮਾੜਾ ਜਿਹਾ ਸੁੱਕ ਜੇ ਸਾਰਾ ਕੁਝ, ਫਿਰ ਅਸੀਂ ਵੀ ਕੰਮ ਸ਼ੁਰੂ ਕਰਾ ਦਾਂਗੇ। ਦੂਜੀ ਇੰਟਰਲੌਕ ਟਾਈਲ ਜਿਹੜੀ ਲੱਗੀ ਆ ਫੁੱਟਪਾਥ ਜਿਹੜੀ ਕਹਿੰਦੇ ਤੁਸੀਂ ਬਣਾਈ ਹੈ ਸ਼ਹਿਰ ਦੇ ਵਿੱਚ, ਠੇਕੇਦਾਰਾਂ ਵੱਲੋਂ ਕੋਈ ਲੈਵਲ ਉੱਚੇ ਜਿਵੇਂ ਕੀਤੇ ਗਏ ਨੇ, ਕੀ ਇਨਕੁਆਇਰੀ ਉਹਦੇ ਵਿੱਚ ਹੋਊਗੀ? ਕੀ ਹੈਗਾ ਜੀ system? ਉਹਦਾ ਮੈਂ ਤੁਹਾਨੂੰ ਦੱਸਦਾ ਜੀ ਸਿਸਟਮ। ਠੇਕੇਦਾਰ ਕੋਈ ਵੀ ਜਾਣ ਕੇ ਗਲਤ ਕੰਮ ਨਹੀਂ ਕਰਦਾ। ਕੋਈ ਇੱਕ ਅੱਧਾ ਠੇਕੇਦਾਰ ਹੋਊਗਾ ਜਿਹੜਾ ਜਾਣ ਕੇ ਗਲਤ ਕੰਮ ਕਰਦਾ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇਨਕੁਆਇਰੀ ਹੋਊਗੀ। ਸਮੱਸਿਆ ਕੀ ਹੈ, ਜਦੋਂ ਇੰਟਰਲੌਕ ਇੱਟ ਦੇ ਥੱਲੇ ਉਹ ਵੈਟ ਮਿਕਸ ਹੀ ਪੈਂਦੀ ਹੈ, ਉਹਨੂੰ ਕੰਪਰੈਸ ਨਹੀਂ ਕੀਤਾ ਜਾਂਦਾ। ਨਾ ਸਾਡੇ ਐਸਟੀਮੇਟ ਜਾਂ ਸਾਨੂੰ ਕੋਈ ਹਦਾਇਤ, ਨਾ ਸਾਡਾ ਇੱਕ ਰੂਲ ਹੈ ਵੀ ਉਹਨੂੰ ਕੰਪਰੈਸ ਕਰਨਾ ਹੀ ਚਾਹੀਦਾ। ਉਹ ਥੱਲੇ ਮਾਲ ਪਾ ਕੇ ਉੱਪਰ ਉਹਦੇ ਇੰਟਰਲੌਕ ਇੱਟ ਲਾ ਦਿੱਤੀ ਜਾਂਦੀ ਹੈ। ਫਿਰ ਆਉਂਦੀ ਹੈ ਬਾਰਿਸ਼ ਜਾਂ ਪਾਣੀ, ਉਹ ਫਿਰ ਕਿਤੋਂ ਮਾੜੀ ਮੋਟੀ ਦੱਬ ਜਾਂਦੀ ਹੈ, ਕਿਤੋਂ ਠੀਕ ਰਹਿ ਜਾਂਦੀ ਹੈ। ਜਿੱਥੋਂ ਦੱਬ ਜਾਂਦੀ ਹੈ ਉੱਥੇ ਪਾਣੀ ਖੜਨ ਲੱਗਦਾ। ਕਹਿਣ ਨੂੰ ਇਹ ਹੋ ਜਾਂਦਾ ਵੀ ਠੇਕੇਦਾਰ ਲੈਵਲ ਨਹੀਂ ਕੱਢਿਆ। ਕੋਈ ਇੱਕ ਅੱਧਾ ਠੇਕੇਦਾਰ ਹੋ ਸਕਦਾ ਜਿਹਦਾ ਲੈਵਲ 'ਚ ਖਰਾਬੀ ਹੋਊਗੀ। ਮੈਜੋਰਟੀ ਠੇਕੇਦਾਰ ਐਸੇ ਨੇ ਜਿਨ੍ਹਾਂ ਦਾ ਲੈਵਲ ਸਹੀ ਹੁੰਦਾ ਹੈ, ਬਸ ਉਹ ਕੰਪਰੈਸ਼ਨ ਦੀ ਘਾਟ ਕਰਕੇ ਜੋ ਐਸਟੀਮੇਟ 'ਚ ਪਾਇਆ ਹੀ ਨਹੀਂ ਜਾਂਦਾ। ਜਾਂ ਤਾਂ ਐਸਟੀਮੇਟ ਸਾਨੂੰ ਲੋਕਲ ਬੋਡੀ ਡਿਪਾਰਟਮੈਂਟ ਹਿਦਾਇਤ ਕਰਦੇ ਵੀ ਇੰਟਰਲੌਕ ਇੱਟਾਂ ਦੇ ਥੱਲੇ ਜਦੋਂ ਮਾਲ ਪਾਉਣਾ ਹੈ, ਆਪਣਾ ਰੋਡ ਰੋਲਰ ਲਿਆ ਕੇ ਉਹਨੂੰ ਕੰਪਰੈਸ ਕੀਤਾ ਜਾਵੇ, ਫਿਰ ਇੰਟਰਲੌਕ ਇੱਟ ਲਾਈ ਜਾਵੇ, ਫਿਰ ਆ ਵੀ ਮੁਸ਼ਕਿਲ ਦੂਰ ਹੋਊਗੀ। ਜਿਹੜੀ ਹੁਣ ਕਮੀ ਪੇਸ਼ੀਆਂ ਹੈਗੀਆਂ ਸ਼ਹਿਰ ਦੇ ਵਿੱਚ, ਉਹ ਕਿੱਦਾਂ ਦੂਰ ਹੋਣਗੀਆਂ ਜੀ ਜਿਹੜੀਆਂ ਲੈਵਲ ਦੀਆਂ ਨੇ? ਜਿੱਥੇ ਕਿਤੇ ਲੈਵਲ ਦੀ ਖਰਾਬੀ ਹੈ, ਦੇਖੋ ਜੇ 100 ਫੁੱਟ ਦੀ ਗਲੀ ਹੈ ਤਾਂ ਉਹ ਸਾਰੀ 100 ਫੁੱਟ ਦੀ 100 ਫੁੱਟ ਖਰਾਬ ਨਹੀਂ ਹੈ। ਕਿਤੇ 10 ਫੁੱਟ ਹੋਊ, ਕਿਤੇ 5 ਹੋਊ, ਹੱਦ ਦੀ ਕਿਤੇ 20 ਫੁੱਟ ਹੋਊ। ਉਹ ਸਾਨੂੰ ਜਿਹੜਾ ਵੀ ਬੰਦਾ ਆ ਕੇ ਦੱਸਦਾ, ਅਸੀਂ ਜਿਹੜਾ ਕੰਸਰਨ ਠੇਕੇਦਾਰ ਆ ਜਿਹਨੇ ਕੰਮ ਕੀਤਾ ਹੁੰਦਾ, ਉਹਨੂੰ ਕਹਿੰਦੇ ਆ ਵੀ ਜਾ ਕੇ ਤੇਰੀ ਨੁਕਸ ਆ ਗਿਆ, ਜਾ ਕੇ ਠੀਕ ਕਰਕੇ। ਕਿਉਂਕਿ ਜਦ ਠੇਕੇਦਾਰ ਕੰਮ ਕਰਦਾ ਹੈ, ਕੰਮ ਖਤਮ ਹੋਣ ਤੋਂ ਬਾਅਦ ਵੀ ਉਹ ਫਾਰਗ ਨਹੀਂ ਹੁੰਦਾ। ਉਹਦੀ ਡਿਊਟੀ ਬਣਦੀ ਹੈ ਵੀ ਜਾ ਕੇ ਉਹ ਉਹਨੂੰ ਠੀਕ ਕਰਕੇ ਆਵੇ। ਜੇ ਕਮੀ ਪੇਸ਼ੀ ਰਹਿ ਗਈ, ਉਹਦੇ ਅਸੀਂ ਪੈਸੇ ਰੱਖਦੇ ਹਾਂ ਆਪਣੇ ਕੋਲ, ਕੰਪਲੀਟ ਪੇਮੈਂਟ ਨਹੀਂ ਕਰਦੇ। ਕੰਪਲੀਟ ਪੇਮੈਂਟ ਹੁੰਦੀ ਹੈ ਜਾ ਕੇ ਸਾਲ ਸਵਾ ਸਾਲ ਬਾਅਦ। ਜੇ ਉਹਦੀ ਕੋਈ ਕਮੀ ਪੇਸ਼ੀ ਹੁੰਦੀ ਹੈ, ਉਹਨੂੰ ਕਹਿੰਦੇ ਆ ਵੀ ਜਾ ਕੇ ਦੂਰ ਕਰੋ। ਜੇ ਨਹੀਂ ਕੀਤੀ ਤਾਂ ਇਨਕੁਆਇਰੀ ਹੋਊਗੀ। ਜੇ ਇਨਕੁਆਇਰੀ 'ਚੋਂ ਗਲਤ ਪਾਇਆ ਜਾਂਦਾ ਹੈ ਤਾਂ ਉਹਦੇ 'ਤੇ ਜੁਰਮਾਨਾ। ਠੀਕ।